ਸਤਿ ਸ਼੍ਰੀ ਅਕਾਲ ਸਾਰੇ ਹੀ ਦਰਸ਼ਕਾਂ ਦਾ ਇਸ ਬੁਲੇਟਿਨ ਵਿੱਚ ਸਵਾਗਤ ਹੈ। ਖਬਰਾਂ ਦੀ ਸ਼ੁਰੂਆਤ ਕਰਾਂਗੇ ਹੈਡਲਾਈਨਸ ਦੇ ਨਾਲ। ਇਮੀਗ੍ਰੇਸ਼ਨ ਵਿਭਾਗ ਨੇ ਵਰਕ ਪਰਮਿਟ ਵਾਲੇ ਵਿਅਕਤੀ ਜੋ ਬਾਹਰਲੇ ਮੁਲਕਾਂ 'ਚ ਬੈਠੇ ਨੇ ਉਹਨਾਂ ਦੇ ਲਈ ਹੋਰ ਵਿਸਥਾਰ 'ਚ ਦਿੱਤੀ ਜਾਣਕਾਰੀ ਨਾਲ ਹੀ ਦੱਸਿਆ ਕਿ ਕਿਹੜੇ ਵਰਕ ਪਰਮਿਟ ਹੋਲਡਰ ਅਜੇ ਵੀ ਨਹੀਂ ਆ ਸਕਦੇ ਕੈਨੇਡਾ। ਬਰੈਂਪਟਨ ਵਿੱਚ ਕੱਲ ਗੰਭੀਰ ਹਾਦਸੇ 'ਚ ਹੋਈਆਂ 4 ਮੌਤਾਂ ਤੋਂ ਬਾਅਦ ਅੱਜ ਮ੍ਰਿਤਕਾਂ ਦੀ ਪਛਾਣ ਜਨਤਕ, ਮਾਂ ਸਮੇਤ ਉਸ ਦੀਆਂ 3 ਧੀਆਂ ਦੀ ਗਈ ਜਾਨ। ਅਧਿਆਪਕ ਸੀ ਇਹ ਔਰਤ। ਕਿਰਾਏਦਾਰਾਂ ਦੀ ਮਦਦ ਲਈ ਪ੍ਰੋਗਰਾਮ ਨੂੰ ਅਗਸਤ 31 ਤੱਕ ਰੱਖਿਆ ਜਾਵੇਗਾ ਜਾਰੀ। ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਦਿੱਤੀ ਜਾਣਕਾਰੀ। ਦੱਸਾਂਗੇ ਕਿ ਕਿਹੜੇ ਕਾਰਨਾਂ ਨਾਲ ਕਿਰਾਏਦਾਰਾਂ ਨੂੰ ਜੂਨ ਤੋਂ ਬਾਅਦ ਘਰ ਖਾਲੀ ਕਰਨ ਲਈ ਕਹਿ ਸਕਣਗੇ ਮਕਾਨ ਮਾਲਕ। ਓਨਟਾਰੀਓ ਵਿੱਚ ਸਤੰਬਰ ਤੋਂ ਵਿਰਲੇ ਦਿਨਾਂ ਲਈ ਸਕੂਲ ਖੋਲ੍ਹਣ ਦਾ ਐਲਾਨ। ਦੱਸਾਂਗੇ ਹੋਰ ਕੀ ਕੁਝ ਦੱਸਿਆ ਗਿਆ। ਟੋਰਾਂਟੋ ਵਿੱਚ ਪੁਲਿਸ ਖਿਲਾਫ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਥਾਣੇ ਦੇ ਅੱਗੇ ਲਿਖਿਆ ਡੀਫੰਡ ਪੁਲਿਸ। ਕੈਨੇਡਾ ਭਰ ਤੋਂ ਖਰੀਦਦਾਰੀ ਸੰਬੰਧੀ ਜਾਰੀ ਹੋਏ ਅੰਕੜੇ ਵੱਖੋ ਵੱਖਰੇ ਸਮਾਨ ਮੁਤਾਬਕ ਦੱਸਿਆ ਗਿਆ ਕਿੱਥੇ ਕਿੰਨੀ ਜ਼ਿਆਦਾ ਤੇ ਕਿੱਥੇ ਘੱਟ ਹੋ ਰਹੀ ਹੈ ਖਰੀਦਦਾਰੀ। ਦਵਾਂਗੇ ਪੂਰੀ ਜਾਣਕਾਰੀ। ਸਰੀ ਵਿੱਚ 2 ਘਰਾਂ ਅੰਦਰ ਪੁਲਿਸ ਨੇ ਕੀਤੀ ਛਾਪੇਮਾਰੀ। ਨਸ਼ਾ, ਕੈਸ਼ ਸਮੇਤ ਨਸ਼ਾ ਤਸਕਰੀ ਦੇ ਸਬੂਤ ਮਿਲੇ। ਕੈਨੇਡਾ ਭਰ ਵਿੱਚ ਕਿੰਨੇ ਕੁ ਰਹਿ ਗਏ ਨੇ ਐਕਟਿਵ ਕੇਸ ਤੇ ਕੋਵਿਡ-19 ਕਾਰਨ ਕੀ ਨੇ ਹਰ ਸੂਬੇ ਤੋਂ ਹਾਲਾਤ। ਦੱਸਾਂਗੇ ਅੰਕੜੇ। ਚੀਨ ਨੇ 18 ਮਹੀਨੇ ਤੋਂ ਹਿਰਾਸਤ ਵਿੱਚ ਲਏ ਹੋਏ ਕੈਨੇਡਾ ਵਾਸੀਆਂ ਦੇ ਉੱਤੇ ਹੁਣ ਜਾਸੂਸੀ ਕਰਨ ਦੇ ਇਲਜ਼ਾਮਾਂ ਤਹਿਤ ਕੀਤੇ ਮਾਮਲੇ ਦਰਜ। ਦੱਸਾਂਗੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਕੀ ਆਇਆ ਤਾਜ਼ਾ ਬਿਆਨ। ਇਸ ਤਰ੍ਹਾਂ ਸਭ ਤੋਂ ਪਹਿਲਾਂ ਜਿਵੇਂ ਤੁਹਾਨੂੰ ਹੈਡਲਾਈਨ ਦੇ ਵਿੱਚ ਵੀ ਦੱਸਿਆ ਹੈ ਕਿ ਵਰਕ ਪਰਮਿਟ ਵਾਲਿਆਂ ਵਾਸਤੇ ਜਿਹੜੇ ਇਸ ਸਮੇਂ ਬਾਹਰਲੇ ਮੁਲਕਾਂ ਵਿੱਚ ਬੈਠੇ ਨੇ, ਜਾਣਕਾਰੀ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਜਾਰੀ ਕੀਤੀ ਗਈ ਹੈ। ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਜੋ ਟਰੈਵਲ ਰੈਸਟ੍ਰਿਕਸ਼ਨਸ ਲਾਈਆਂ ਗਈਆਂ, ਯਾਨੀ ਕਿ ਕੈਨੇਡਾ ਦੇ ਵਿੱਚ ਆਉਣ ਦੇ ਬਾਰੇ ਜਿਹੜੀ ਰੋਕ ਲਗਾਈ ਗਈ ਜਿਹੜੇ ਵਿਅਕਤੀਆਂ ਦੇ ਉੱਤੇ, ਉਸ ਨਾਲ ਸੰਬੰਧਿਤ ਹੁਣ ਤੱਕ ਜੋ ਜਾਣਕਾਰੀ ਦਿੱਤੀ ਜਾ ਰਹੀ ਸੀ ਉਸ ਦੇ ਵਿੱਚ ਪੂਰੇ ਵਿਸਥਾਰ ਦੇ ਵਿੱਚ ਉਦਾਹਰਨਾਂ ਦੇ ਕੇ ਨਹੀਂ ਸੀ ਦੱਸਿਆ ਗਿਆ ਕਿ ਵਰਕ ਪਰਮਿਟ ਹੋਲਡਰ ਨੇ ਜਿਹੜੇ ਉਹਨਾਂ ਵਿੱਚ ਕੌਣ ਆ ਸਕਦਾ ਹੈ ਕੌਣ ਨਹੀਂ, ਕਿਉਂਕਿ ਵਰਕ ਪਰਮਿਟ ਜਿਨ੍ਹਾਂ ਕੋਲ ਮੌਜੂਦ ਹੈ ਉਹਨਾਂ ਦੇ ਇੱਥੇ ਆਉਣ ਦੀ ਇਜਾਜ਼ਤ ਦੇ ਬਾਰੇ ਤਾਂ ਗੱਲ ਕੀਤੀ ਗਈ ਸੀ, ਪਰ ਇਸ ਦੌਰਾਨ ਇਹ ਨਹੀਂ ਸੀ ਜ਼ਿਕਰ ਕੀਤਾ ਗਿਆ ਕਿ ਵਰਕ ਪਰਮਿਟ ਹੁੰਦੇ ਹੋਏ ਆਖਿਰ ਕਿਹੜੇ ਵਿਅਕਤੀ ਨੇ ਜਿਹੜੇ ਹਜੇ ਵੀ ਕੈਨੇਡਾ ਦੇ ਵਿੱਚ ਨਹੀਂ ਆ ਸਕਦੇ। ਇਸ ਸੰਬੰਧੀ ਇਮੀਗ੍ਰੇਸ਼ਨ ਵਿਭਾਗ ਨੇ ਉਦਾਹਰਨਾਂ ਸਾਂਝੀਆਂ ਕੀਤੀਆਂ ਨੇ ਤੇ ਉਹਨਾਂ ਉਦਾਹਰਨਾਂ ਨੂੰ ਸੁਖਾਲੇ ਤਰੀਕੇ ਨਾਲ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ। ਇਸ ਦੇ ਵਿੱਚ 2 ਤਰ੍ਹਾਂ ਦੇ ਵਰਕ ਪਰਮਿਟ ਵਾਲੇ ਵਿਅਕਤੀ ਨੇ ਜਿਹੜੇ ਹਜੇ ਕੈਨੇਡਾ ਨਹੀਂ ਆ ਸਕਦੇ, ਜਿਨ੍ਹਾਂ ਨੂੰ ਵੀ ਉਹਨਾਂ ਪ੍ਰਵਾਸੀਆਂ ਦੇ ਨਾਲ ਹੀ ਰੁਕਣਾ ਪਵੇਗਾ ਜਿਨ੍ਹਾਂ ਦੇ ਉੱਤੇ ਕੈਨੇਡਾ ਦੇ ਵਿੱਚ ਆਉਣ ਤੋਂ ਹਜੇ ਰੋਕ ਲਗਾਈ ਗਈ ਹੈ। ਜਿਸ ਦੇ ਵਿੱਚ ਪਹਿਲੀ ਉਦਾਹਰਨ ਇਹ ਹੈ ਕਿ ਜਿਵੇਂ ਕਿ ਸਭ ਤੋਂ ਪਹਿਲਾਂ ਜਦੋਂ ਵਰਕ ਪਰਮਿਟ ਦੇ ਵਾਸਤੇ ਮਾਨਤਾ ਮਿਲਦੀ ਹੈ ਤਾਂ ਇੱਕ ਚਿੱਠੀ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਆਉਂਦੀ ਹੈ ਈਮੇਲ ਦੇ ਵਿੱਚ, ਜਿਸ ਦੇ ਵਿੱਚ ਕਿਹਾ ਗਿਆ ਹੁੰਦਾ ਹੈ ਕਿ ਤੁਹਾਡਾ ਵਰਕ ਪਰਮਿਟ ਅਪਰੂਵ ਹੋ ਗਿਆ ਹੈ, ਕਿ ਤੁਹਾਨੂੰ ਮਾਨਤਾ ਮਿਲ ਗਈ ਹੈ ਕੈਨੇਡਾ ਵਿੱਚ ਕੰਮ ਕਰਨ ਦੇ ਬਾਰੇ, ਤੇ ਫਿਰ ਤੁਸੀਂ ਕੈਨੇਡਾ ਦੇ ਵਿੱਚ ਆ ਸਕਦੇ ਹੋ ਤੇ ਕੰਮ ਕਰ ਸਕਦੇ ਹੋ। ਤੇ ਜਿਨ੍ਹਾਂ ਦੇ ਕੋਲ ਉਹ ਲੈਟਰ ਹੁੰਦਾ ਹੈ ਤੇ ਉਹ ਕੈਨੇਡਾ ਆ ਸਕਦੇ ਹੁੰਦੇ ਨੇ ਤੇ ਉਹਨਾਂ ਨੂੰ ਬਾਰਡਰ ਤੇ ਆ ਕੇ, ਯਾਨੀ ਕਿ ਏਅਰਪੋਰਟ ਦੇ ਜਦੋਂ ਆਉਂਦੇ ਨੇ ਉਹ ਉੱਥੇ ਆ ਕੇ ਉਹਨਾਂ ਨੂੰ ਵਰਕ ਪਰਮਿਟ ਮਿਲ ਜਾਂਦਾ, ਜਿਵੇਂ ਇੰਟਰਨੈਸ਼ਨਲ ਸਟੂਡੈਂਟਸ ਨੂੰ ਸਟੱਡੀ ਪਰਮਿਟ ਮਿਲਦਾ ਹੁੰਦਾ ਹੈ। ਤਾਂ ਕੁਝ ਇਸੇ ਤਰ੍ਹਾਂ ਹੁਣ ਉਹ ਵਰਕ ਪਰਮਿਟ ਦੇ ਲੈਟਰ ਜਿਨ੍ਹਾਂ ਦੇ ਕੋਲ ਮੌਜੂਦ ਹੋਣਗੇ, ਚਾਹੇ ਓਪਨ ਵਰਕ ਪਰਮਿਟ ਹੈਗਾ ਉਹਨਾਂ ਕੋਲ, ਪਰ ਹਜੇ ਉਹਨਾਂ ਨੂੰ ਕੋਈ ਨੌਕਰੀ ਨਹੀਂ ਮਿਲੀ, ਕੋਈ ਜੌਬ ਆਫਰ ਲੈਟਰ ਨਹੀਂ ਹੈਗਾ, ਸਗੋਂ ਉਹਨਾਂ ਨੇ ਕੈਨੇਡਾ ਆ ਕੇ ਹਜੇ ਨੌਕਰੀ ਲੱਭਣੀ ਹੈ, ਉਹ ਹਜੇ ਕੈਨੇਡਾ ਨਹੀਂ ਆ ਸਕਦੇ। ਉਹਨਾਂ ਦੇ ਵਾਸਤੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇਹ ਜਾਣਕਾਰੀ ਜਾਰੀ ਕੀਤੀ ਗਈ ਹੈ। ਇਸ ਤਰ੍ਹਾਂ ਨਾਲ ਹੀ ਦੂਜੀ ਉਦਾਹਰਨ ਹੁਣ ਤੁਹਾਨੂੰ ਦੱਸਦੇ ਹਾਂ, ਉਹ ਜਿਨ੍ਹਾਂ ਨੂੰ ਵਰਕ ਪਰਮਿਟ ਨੂੰ ਮਾਨਤਾ ਮਿਲਣ ਦੇ ਵਾਸਤੇ ਲੈਟਰ ਮਿਲ ਗਿਆ ਪਰ ਉਹਨਾਂ ਦਾ ਵਰਕ ਪਰਮਿਟ ਕਲੋਜ਼ ਹੈ ਕਿ ਉਹ ਇੱਕ ਇੰਪਲੋਇਰ ਦੇ ਨਾਲ ਹੀ ਕੰਮ ਕਰ ਸਕਦੇ ਨੇ, ਪਰ ਕੈਨੇਡਾ ਦੇ ਵਿੱਚ ਜੇਕਰ ਕੋਵਿਡ-19 ਦੇ ਕਰਕੇ ਉਸ ਇੰਪਲੋਇਰ ਦਾ ਕੰਮ ਬੰਦ ਪਿਆ ਕਿ ਉਹਦੇ ਕੋਲ ਹੁਣ ਕੰਮ ਹੈ ਨਹੀਂ, ਤਾਂ ਉਹ ਵੀ ਹਜੇ ਕੈਨੇਡਾ ਦੇ ਵਿੱਚ ਨਹੀਂ ਆ ਸਕਦੇ। ਇਹ 2 ਉਦਾਹਰਨਾਂ ਦਿੱਤੀਆਂ ਗਈਆਂ ਨੇ ਜਿਸ ਦੇ ਵਿੱਚ ਵਰਕ ਪਰਮਿਟ ਵਾਲੇ ਹਜੇ ਨਹੀਂ ਆ ਸਕਦੇ। ਇਸ ਦੇ ਨਾਲ ਹੀ 3 ਉਦਾਹਰਨਾਂ ਵੱਖੋ ਵੱਖਰੀਆਂ ਦਿੱਤੀਆਂ ਗਈਆਂ ਨੇ ਜਿਸ ਦੇ ਵਿੱਚ ਦੱਸਿਆ ਗਿਆ ਕਿ ਕਿਹੜੇ ਆ ਸਕਦੇ ਨੇ, ਜਿਸ ਦੇ ਵਿੱਚ ਸਭ ਤੋਂ ਪਹਿਲੀ ਇਹੋ ਹੈ ਕਿ ਜਿਨ੍ਹਾਂ ਨੂੰ ਵਰਕ ਪਰਮਿਟ ਨੂੰ ਮਾਨਤਾ ਮਿਲਣ ਦੇ ਵਾਸਤੇ ਚਿੱਠੀ ਮਿਲ ਗਈ ਹੈ ਈਮੇਲ ਦੇ ਵਿੱਚ ਇਮੀਗ੍ਰੇਸ਼ਨ ਵਿਭਾਗ ਵੱਲੋਂ, ਤੇ ਓਪਨ ਵਰਕ ਪਰਮਿਟ ਦੀ ਉਹਨਾਂ ਨੂੰ ਚਿੱਠੀ ਮਿਲੀ ਹੈ ਤੇ ਉਸ ਤੋਂ ਬਾਅਦ ਉਹਨਾਂ ਕੋਲ ਜੌਬ ਆਫਰ ਲੈਟਰ ਵੀ ਹੈਗਾ, ਯਾਨੀ ਕਿ ਕੈਨੇਡਾ ਦੇ ਵਿੱਚ ਕੰਮ ਉਹਨਾਂ ਕੋਲ ਪਹਿਲਾਂ ਤੋਂ ਹੀ ਹੈਗਾ ਤੇ ਫਿਰ ਉਹ ਕੈਨੇਡਾ ਆ ਸਕਦੇ ਨੇ ਤੇ 14 ਦਿਨ ਵਾਸਤੇ ਵੱਖਰੇ ਤੌਰ ਤੇ ਰਹਿਣਾ ਤਾਂ ਜ਼ਰੂਰੀ ਹੈਗਾ ਹੀ ਹੈ। ਤੇ ਇਸ ਦੇ ਨਾਲ ਹੀ ਦੂਜੀ ਉਦਾਹਰਨ ਸਾਂਝੀ ਕੀਤੀ ਗਈ ਹੈ ਕਿ ਜਿਨ੍ਹਾਂ ਨੂੰ ਕਲੋਜ਼ਡ ਵਰਕ ਪਰਮਿਟ ਵੀ ਮਿਲਿਆ ਕਿ ਮਾਨਤਾ ਮਿਲੀ ਹੈ, ਚਿੱਠੀ ਜਿਹੜੀ ਉਹਨਾਂ ਨੂੰ ਪਹੁੰਚੀ ਹੋਵੇਗੀ, ਤੇ ਉਸ ਦੇ ਵਿੱਚ ਵੀ ਜੇਕਰ ਉਹ ਇੰਪਲੋਇਰ ਜਿਸ ਨੇ ਉਹਨਾਂ ਨੂੰ ਵਰਕ ਪਰਮਿਟ ਦਿਵਾਇਆ ਹੈ ਉਸ ਦੇ ਕੋਲ ਕੈਨੇਡਾ ਦੇ ਵਿੱਚ ਇਸ ਸਮੇਂ ਕੰਮ ਬੰਦ ਨਹੀਂ ਹੋਇਆ ਕੋਵਿਡ-19 ਕਰਕੇ, ਕੰਮ ਉਸ ਦੇ ਕੋਲ ਹੈਗਾ ਹੈ,
ਤਾਂ ਉਹ ਕੈਨੇਡਾ ਆ ਸਕਦੇ ਨੇ। ਇਸ ਨਾਲ ਹੀ ਤੀਜੇ ਉਹ ਨੇ ਕਿ ਜਿਨ੍ਹਾਂ ਕੋਲ ਓਪਨ ਵਰਕ ਪਰਮਿਟ ਹੈਗਾ ਪਰ ਉਹਨਾਂ ਕੋਲ ਬੇਸ਼ੱਕ ਕੈਨੇਡਾ 'ਚ ਨੌਕਰੀ ਨਹੀਂ ਹੈਗੀ ਹਜੇ, ਪਰ ਉਹ ਪਹਿਲਾਂ ਤੋਂ ਕੈਨੇਡਾ ਦੇ ਵਿੱਚ ਰਹਿ ਰਹੇ ਸੀ ਪਰ ਕੁਝ ਦੇਰ ਵਾਸਤੇ ਬਾਹਰਲੇ ਮੁਲਕ ਵਿੱਚ ਘੁੰਮਣ ਗਏ ਸੀ। ਇਸ ਦੌਰਾਨ ਲੋਕਡਾਊਨ ਹੋ ਗਿਆ ਤਾਂ ਉਹ ਵੀ ਵਾਪਸ ਆ ਕੇ ਰਹਿ ਸਕਦੇ ਨੇ, ਵਾਪਸ ਉਹ ਕੈਨੇਡਾ ਆ ਸਕਦੇ ਨੇ, ਫਿਰ ਬੇਸ਼ੱਕ ਉਹਨਾਂ ਦੇ ਕੋਲ ਨੌਕਰੀ ਹੋਵੇ ਜਾਂ ਨਾ। ਇਸ ਸੰਬੰਧੀ ਚੰਗੀ ਤਰ੍ਹਾਂ ਵਿਸਥਾਰ ਦੇ ਵਿੱਚ ਜਾਣਕਾਰੀ ਦਿੱਤੀ ਗਈ ਹੈ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਆਪਣੀ ਵੈਬਸਾਈਟ ਦੇ ਉੱਤੇ। ਸਿਰਫ ਇਹੀ ਜਾਣਕਾਰੀ ਹੀ ਨਹੀਂ ਸਗੋਂ ਹੋਰ ਵੀ ਬਹੁਤ ਸਾਰੀ ਜਾਣਕਾਰੀ ਇਸ ਨਾਲ ਸੰਬੰਧਿਤ ਜਾਰੀ ਕੀਤੀ ਗਈ ਹੈ, ਜਿਸ ਦੇ ਵਿੱਚ ਨਾ ਸਿਰਫ ਜਿਹੜੇ ਵਰਕ ਪਰਮਿਟ ਹੋਲਡਰ ਨੇ ਉਹਨਾਂ ਨੂੰ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਉਹ ਕੀ ਆ ਸਕਦੇ ਨੇ ਜਾਂ ਨਹੀਂ ਕੈਨੇਡਾ ਵਿੱਚ, ਸਗੋਂ ਇਮੀਗ੍ਰੇਸ਼ਨ ਵਿਭਾਗ ਦੇ ਸਟਾਫ ਦੇ ਵਾਸਤੇ ਵੀ ਇਸ ਜਾਣਕਾਰੀ ਨੂੰ ਜਾਰੀ ਕੀਤਾ ਗਿਆ ਹੈ ਕਿ ਉਹਨਾਂ ਦੇ ਲਈ ਵੀ ਬਿਲਕੁਲ ਸਾਫ਼ ਹੋ ਜਾਵੇ ਕਿ ਆਖਿਰ ਕਿਹੜੇ ਨੇ ਜਿਨ੍ਹਾਂ ਨੂੰ ਕੈਨੇਡਾ ਵਿੱਚ ਆਉਣ ਦੀ ਇਜਾਜ਼ਤ ਮਿਲੇਗੀ ਜਾਂ ਨਹੀਂ। ਇਸ ਦੇ ਵਿੱਚ ਜਿਹੜੀਆਂ 2 ਉਦਾਹਰਨਾਂ ਦਿੱਤੀਆਂ ਗਈਆਂ ਨੇ ਕਿ ਜਿਹੜੇ ਨਹੀਂ ਆ ਸਕਦੇ ਉਸ ਦੇ ਉੱਤੇ ਗੌਰ ਜ਼ਰੂਰ ਕੀਤਾ ਜਾਵੇ। ਇਸ ਨਾਲ ਹੀ ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ ਜੋ ਕਿ ਕਾਫੀ ਮੰਦਭਾਗੀ ਖਬਰ ਹੈ। ਬਰੈਂਪਟਨ ਵਿੱਚ ਕੱਲ੍ਹ ਦੁਪਹਿਰ ਭਿਆਨਕ ਹਾਦਸਾ ਵਾਪਰਿਆ ਸੀ। ਉਸ ਹਾਦਸੇ ਦੇ ਵਿੱਚ 4 ਮੌਤਾਂ ਹੋਈਆਂ, ਮਾਂ ਤੇ ਉਸ ਦੀਆਂ 3 ਧੀਆਂ ਇਸ ਹਾਦਸੇ ਦੇ ਵਿੱਚ ਚੱਲ ਵਸੀਆਂ, ਜਿਨ੍ਹਾਂ ਦੀਆਂ ਤਸਵੀਰਾਂ ਅੱਜ ਜਾਰੀ ਕੀਤੀਆਂ ਗਈਆਂ ਨੇ। ਬਰੈਂਪਟਨ ਵਿੱਚ ਵੀਰਵਾਰ ਦੁਪਹਿਰ ਨੂੰ ਜਿਹੜਾ ਭਿਆਨਕ ਸੜਕ ਹਾਦਸਾ ਹੋਇਆ ਸੀ ਉਸ ਵਿੱਚ ਜਾਨ ਗਵਾਉਣ ਵਾਲੀ ਮਾਂ ਤੇ ਉਸ ਦੀਆਂ 3 ਧੀਆਂ, ਇਹਨਾਂ ਦੀ ਪਛਾਣ ਹੁਣ ਕਰ ਲਈ ਗਈ ਹੈ, ਜਿਸ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਜੋ ਔਰਤ ਇਸ ਹਾਦਸੇ ਦੇ ਵਿੱਚ ਜਾਨ ਗਵਾ ਬੈਠੀ ਉਹ ਇੱਕ ਸਕੂਲ ਵਿੱਚ 4ਥੀ ਜਮਾਤ ਦੀ ਅਧਿਆਪਕ ਸੀ, ਜਿਸ ਦਾ ਨਾਮ ਕੈਰੋਲੀਨਾ ਦੱਸਿਆ ਗਿਆ ਹੈ ਤੇ ਉਸ ਦੀਆਂ 3 ਧੀਆਂ, ਇੱਕ 6 ਸਾਲਾ ਜਿਸ ਦਾ ਨਾਮ ਕਲੈਰਾ, ਇੱਕ 4 ਸਾਲਾ ਜਿਸ ਦਾ ਨਾਮ ਲਿਲੀਆਨਾ ਤੇ ਇੱਕ 1 ਸਾਲ ਦੀ ਸੀ ਜਿਸ ਦਾ ਨਾਮ ਮੇਲਾ ਸੀ। ਦੁਪਹਿਰ 12 ਵਜੇ ਦੇ ਕਰੀਬ ਕੰਟਰੀਸਾਈਡ ਰੋਡ ਦੇ ਉੱਤੇ ਇਹ ਭਿਆਨਕ ਹਾਦਸਾ ਵਾਪਰਿਆ, ਜਿਸ ਦੇ ਵਿੱਚ ਇੱਕ 20 ਸਾਲਾ ਨੌਜਵਾਨ ਗੱਡੀ ਤੇਜ਼ ਰਫ਼ਤਾਰ ਦੇ ਨਾਲ ਇੰਟਰਸੈਕਸ਼ਨ ਦੇ ਵਿੱਚ ਲੈ ਕੇ ਆਇਆ, ਜਿਸ ਦੇ ਪਿੱਛੇ ਪੁਲਿਸ ਵੀ ਸੀ, ਜਿਸ ਤੋਂ ਬਾਅਦ ਉਸਨੇ ਵੈਨ ਦੇ ਨਾਲ ਟੱਕਰ ਮਾਰ ਦਿੱਤੀ ਤੇ ਉਸ ਵੈਨ ਦੇ ਵਿੱਚ ਇਹ ਔਰਤ ਤੇ ਇਸ ਦੀਆਂ 3 ਬੱਚੀਆਂ ਮੌਜੂਦ ਸਨ। 6 ਸਾਲਾ ਬੱਚੀ ਕਲਾਰਾ ਨੇ ਤਾਂ ਮੌਕੇ ਤੇ ਹੀ ਦਮ ਤੋੜ ਦਿੱਤਾ ਸੀ, ਜਿਸ ਤੋਂ ਬਾਅਦ ਬਾਕੀ 2 ਲੜਕੀਆਂ ਤੇ ਉਹਨਾਂ ਦੀ ਮਾਂ ਨੇ ਹਸਪਤਾਲ ਪਹੁੰਚ ਕੇ ਦਮ ਤੋੜ ਦਿੱਤਾ, ਜਿਸ ਤੋਂ ਬਾਅਦ 20 ਸਾਲਾ ਨੌਜਵਾਨ ਜਿਹੜਾ ਕਿ ਤੇਜ਼ ਰਫ਼ਤਾਰ ਵਿੱਚ ਆਇਆ ਸੀ ਤੇ ਇਹਨਾਂ ਦੀ ਵੈਨ ਦੇ ਨਾਲ ਟਕਰਾਇਆ, ਉਸ ਤੇ ਸਿਰਫ ਲੱਤ ਹੀ ਟੁੱਟੀ ਹੈ ਤੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਤੇ ਉਹ ਹਸਪਤਾਲ 'ਚ ਭਰਤੀ ਹੈ। ਇਸ ਦੇ ਨਾਲ ਹੀ ਹੋਰ ਵਾਹਨ ਵੀ ਇਸ ਹਾਦਸੇ ਦੀ ਚਪੇਟ ਵਿੱਚ ਆਏ, ਪਰ ਕਿਸੇ ਦੇ ਵੀ ਗੰਭੀਰ ਰੂਪ ਵਿੱਚ ਹੋਰ ਜ਼ਖਮੀ ਹੋਣ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇਸ ਦੇ ਉੱਤੇ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਦੇ ਵੱਲੋਂ ਟਵੀਟ ਵੀ ਕੀਤਾ ਗਿਆ, ਜਿਸ ਨੇ ਕਿਹਾ ਕਿ 20 ਸਾਲਾ ਡਰਾਈਵਰ ਜੋ ਗੱਡੀ ਚਲਾ ਰਿਹਾ ਸੀ ਉਸ ਦਾ ਲਾਇਸੈਂਸ ਰੱਦ ਕੀਤਾ ਹੋਇਆ ਸੀ ਤੇ ਨਾਲ ਹੀ ਉਸ ਦੇ ਉੱਤੇ ਗੱਡੀ ਚਲਾਉਣ ਨੂੰ ਲੈ ਕੇ ਕਈ ਤਰ੍ਹਾਂ ਦੇ ਇਲਜ਼ਾਮ ਵੀ ਲੱਗੇ ਹੋਏ ਸਨ, ਜਿਸ ਤੋਂ ਬਾਅਦ ਜਿਹੜੀ ਉਸਨੇ ਗੱਡੀ ਦੇ ਉੱਤੇ ਨੰਬਰ ਪਲੇਟ ਲਗਾਈ ਹੋਈ ਸੀ ਉਹ ਵੀ ਵੱਖਰੀ ਸੀ, ਉਸ ਗੱਡੀ ਦੇ ਨਾਲ ਮੇਲ ਨਹੀਂ ਸੀ ਖਾਂਦੀ। ਜਿਸ ਤੋਂ ਬਾਅਦ ਮੇਅਰ ਨੇ ਵੀ ਕਿਹਾ ਕਿ ਉਸ ਦੀ ਸਿਰਫ ਇੱਕ ਲੱਤ ਟੁੱਟੀ ਹੈ ਪਰ ਬਾਕੀ ਪੀੜਤਾਂ ਦੀਆਂ ਜਾਨਾਂ ਚਲੀਆਂ ਗਈਆਂ ਨੇ। ਇਸ ਦੌਰਾਨ ਉਸਨੇ ਇਹ ਵੀ ਕਿਹਾ ਕਿ ਉਸ ਨੌਜਵਾਨ ਨੂੰ ਜੇਲ੍ਹ ਹੋਣੀ ਚਾਹੀਦੀ ਹੈ। ਫਿਲਹਾਲ ਤਾਂ ਪੁਲਿਸ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਕਿ ਉਸ ਦੇ ਉੱਤੇ ਮਾਮਲੇ ਦਰਜ ਹੋਏ ਕਿ ਨਹੀਂ, ਪਰ ਇਸ ਦੇ ਉੱਤੇ ਜਾਂਚ ਕੀਤੀ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਉਸ ਦੇ ਉੱਤੇ ਗੰਭੀਰ ਮਾਮਲੇ ਦਰਜ ਹੋ ਸਕਦੇ ਨੇ। ਇੱਥੇ ਜ਼ਿਕਰਯੋਗ ਹੈ ਕਿ ਇਸ ਔਰਤ ਤੇ ਉਸ ਦੀਆਂ 3 ਬੱਚੀਆਂ ਦੇ ਪੀੜਤ ਪਰਿਵਾਰ ਦੇ ਵਾਸਤੇ ਗੋਫੰਡਮੀ ਦੇ ਉੱਤੇ ਫੰਡਰੇਜ਼ ਵੀ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਲਈ ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ। ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਕਿਰਾਏਦਾਰਾਂ ਦੀ ਮਦਦ ਦੇ ਵਾਸਤੇ ਐਲਾਨ ਕੀਤਾ ਹੈ ਕਿ ਉਹਨਾਂ ਨੇ ਕਿਰਾਏਦਾਰਾਂ ਨੂੰ ਜਿਹੜੀ ਵਿੱਤੀ ਮਦਦ ਦੇਣ ਦੇ ਲਈ ਉਹਨਾਂ ਦੇ ਮਕਾਨ ਮਾਲਕਾਂ ਦੇ ਕੋਲ ਸਿੱਧੇ ਪੈਸੇ ਪਹੁੰਚਾਉਣ ਦੇ ਬਾਰੇ ਐਲਾਨ ਕੀਤਾ ਸੀ, ਉਸ ਨੂੰ ਹੋਰ ਅੱਗੇ 31 ਅਗਸਤ ਤੱਕ ਵਧਾਇਆ ਜਾ ਰਿਹਾ ਹੈ। ਪਰ ਜੂਨ ਤੋਂ ਬਾਅਦ ਆਖਿਰ ਉਹ ਕਿਹੜੀ ਗੱਲ ਹੈ ਜਿਸ ਤੋਂ ਬਾਅਦ ਮਕਾਨ ਮਾਲਕਾਂ ਨੂੰ ਛੋਟ ਮਿਲ ਜਾਵੇਗੀ ਕਿ ਉਹ ਕਿਰਾਏਦਾਰਾਂ ਨੂੰ ਕੱਢਣ ਦੇ ਵਾਸਤੇ ਕਦਮ ਚੁੱਕ ਸਕਦੇ ਨੇ, ਉਹਨਾਂ ਨੂੰ ਘਰ ਛੱਡਣ ਲਈ ਕਹਿ ਸਕਦੇ ਨੇ, ਉਹ ਤੁਹਾਨੂੰ ਦੱਸਦੇ ਹਾਂ। ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਆਰਜ਼ੀ ਤੌਰ ਦੇ ਉੱਤੇ ਕਿਰਾਏ ਦੇ ਵਿੱਚ ਦਿੱਤੀ ਜਾਣ ਵਾਲੀ ਮਦਦ ਨੂੰ ਉਹ ਹੋਰ ਵਧਾ ਰਹੇ ਨੇ। ਇਸ ਮਦਦ ਨੂੰ ਅਗਸਤ ਮਹੀਨੇ ਦੇ ਅੰਤ ਤੱਕ ਹੋਰ ਵਧਾਇਆ ਜਾ ਰਿਹਾ ਹੈ, ਜਿਸ ਦੇ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇੱਥੇ ਜ਼ਿਕਰਯੋਗ ਹੈ ਕਿ ਜੂਨ ਦੇ ਅੰਤ ਤੱਕ ਇਸ ਪ੍ਰੋਗਰਾਮ ਦਾ ਵੀ ਅੰਤ ਹੋ ਜਾਣਾ ਸੀ, ਪਰ ਇਸ ਨੂੰ ਹੋਰ ਅੱਗੇ ਵਧਾ ਦਿੱਤਾ ਗਿਆ ਕਿਉਂਕਿ ਕੋਵਿਡ-19 ਦੇ ਕਰਕੇ ਹਾਲਾਤ ਨੇ ਉਹ ਪੂਰੀ ਤਰ੍ਹਾਂ ਠੀਕ ਨਹੀਂ ਹੋਏ। ਹਜੇ ਵੀ ਬਹੁਤ ਸਾਰੇ ਅਜਿਹੇ ਲੋਕ ਨੇ ਜਿਨ੍ਹਾਂ ਦੀਆਂ ਨੌਕਰੀਆਂ ਉਹਨਾਂ ਦੇ ਕੋਲ ਨਹੀਂ ਨੇ, ਜਿਸ ਕਰਕੇ ਕਿਰਾਏ ਦੇਣੇ ਉਹਨਾਂ ਦੇ ਵਾਸਤੇ ਵੱਡੀ ਚੁਣੌਤੀ ਨੇ। ਸੂਬਾ ਸਰਕਾਰ ਨੇ ਇਹ ਜਾਣਕਾਰੀ ਵੀ ਦਿੱਤੀ ਹੈ ਕਿ ਉਹਨਾਂ ਨੇ ਉਸ ਫੈਸਲੇ ਨੂੰ ਵੀ ਆਰਜ਼ੀ ਤੌਰ ਦੇ ਉੱਤੇ ਹੋਰ ਵਧਾ ਦਿੱਤਾ ਹੈ, ਜੋ ਕਿਹਾ ਗਿਆ ਸੀ ਕਿ ਹਜੇ ਕੋਈ ਵੀ ਕਿਰਾਇਆ ਨਹੀਂ ਵਧਾ ਸਕਦਾ
ਤੇ ਨਾ ਹੀ ਕੋਈ ਐਵਿਕਸ਼ਨ ਨੋਟਿਸ ਦੇ ਸਕਦਾ ਹੈ ਉਹਨਾਂ ਕਿਰਾਏਦਾਰਾਂ ਨੂੰ ਜਿਨ੍ਹਾਂ ਦੇ ਵੱਲੋਂ ਕਿਰਾਇਆ ਨਾ ਦਿੱਤਾ ਗਿਆ ਹੋਵੇ। ਇਸ ਦੇ ਨਾਲ ਹੀ ਇਸ ਮਹੀਨੇ ਦੇ ਅੰਤ ਵਿੱਚ ਮਕਾਨ ਮਾਲਕਾਂ ਨੂੰ ਇਹ ਛੋਟ ਜ਼ਰੂਰ ਦਿੱਤੀ ਜਾ ਰਹੀ ਹੈ ਕਿ ਉਹ ਉਹਨਾਂ ਕਿਰਾਏਦਾਰਾਂ ਨੂੰ ਬਾਹਰ ਕੱਢ ਸਕਦੇ ਨੇ ਜਿਨ੍ਹਾਂ ਦੇ ਕੋਲ ਕਿਰਾਇਆ ਨਾ ਦੇਣ ਤੋਂ ਬਿਨਾਂ ਕੋਈ ਹੋਰ ਕਾਰਨ ਹੋਵੇ। ਇਸ ਸੰਬੰਧੀ ਹਾਊਸਿੰਗ ਮਿਨਿਸਟਰ ਸੈਲੀਨਾ ਰੋਬਿਨਸਨ ਨੇ ਕਿਹਾ ਹੈ ਕਿ ਕੋਵਿਡ-19 ਦੇ ਕਰਕੇ ਜ਼ਿੰਦਗੀਆਂ ਤੇ ਆਰਥਿਕਤਾ ਦੋਵਾਂ ਦੇ ਉੱਤੇ ਕਾਫੀ ਜ਼ਿਆਦਾ ਪ੍ਰਭਾਵ ਪਿਆ ਹੈ ਤੇ ਇਸ ਦੌਰਾਨ ਸਰਕਾਰ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਔਖੇ ਸਮੇਂ ਦੌਰਾਨ ਸਭ ਦੀ ਮਦਦ ਕੀਤੀ ਜਾਵੇ, ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਸਥਾਈ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜਿੰਨੇ ਵੀ ਕਿਰਾਏਦਾਰ ਨੇ ਉਹ ਅਜਿਹੇ ਸਮੇਂ ਵਿੱਚ ਆਪਣੇ ਰਹਿਣ ਦੀ ਥਾਂ ਨਾ ਗਵਾ ਲੈਣ। ਇੱਥੇ ਜ਼ਿਕਰਯੋਗ ਹੈ ਕਿ ਜੋ ਸਰਕਾਰ ਦੇ ਵੱਲੋਂ ਮਦਦ ਹੁਣ ਇਹ ਦਿੱਤੀ ਜਾ ਰਹੀ ਹੈ ਉਸ ਨੂੰ 31 ਅਗਸਤ ਤੱਕ ਲਾਗੂ ਕੀਤਾ ਗਿਆ ਹੈ, ਜਿਸ ਦੇ ਵਿੱਚ ਮਕਾਨ ਮਾਲਕਾਂ ਨੂੰ ਸਿੱਧੀ ਰਕਮ ਪਹੁੰਚਦੀ ਹੈ ਮਦਦ ਦੀ, ਜਿਸ ਦੇ ਵਿੱਚ $500 ਤੇ $300 ਦੀ ਮਦਦ ਦਿੱਤੀ ਜਾਂਦੀ ਹੈ। $500 ਉਹਨਾਂ ਮਕਾਨ ਮਾਲਕਾਂ ਨੂੰ ਦਿੱਤਾ ਜਾਂਦਾ ਹੈ ਜਿਹੜੇ ਕਿਰਾਏਦਾਰ ਰਹਿੰਦੇ ਨੇ ਉਹਨਾਂ ਦੇ ਉੱਤੇ ਕੋਈ ਨਿਰਭਰ ਵੀ ਕਰਦਾ ਹੈ ਤੇ $300 ਉਹਨਾਂ ਨੂੰ ਦਿੱਤਾ ਜਾਂਦਾ ਹੈ ਜਿਹੜੇ ਕਿਰਾਏਦਾਰ ਰਹਿੰਦੇ ਨੇ ਉਹਨਾਂ ਦੇ ਉੱਤੇ ਕੋਈ ਨਿਰਭਰ ਨਹੀਂ ਕਰਦਾ ਤੇ ਇਸ ਦੇ ਨਾਲ ਹੀ ਉਹਨਾਂ ਦੀ ਕਮਾਈ ਦੇ ਉੱਤੇ ਵੀ ਨਿਰਭਰ ਕਰਦਾ ਹੈ ਕਿ ਉਹਨਾਂ ਨੂੰ ਇਹ ਮਦਦ ਮਿਲਣੀ ਹੈ ਜਾਂ ਨਹੀਂ। ਯਾਨੀ ਕਿ ਸਿਰਫ ਕਿਰਾਇਆ ਨਾ ਦਿੱਤੇ ਜਾਣ ਦੇ ਉੱਤੇ ਹੀ ਕਿਰਾਏਦਾਰ ਨੂੰ ਨਹੀਂ ਕੱਢਿਆ ਜਾ ਸਕਦਾ, ਬਾਕੀ ਜੇ ਕੋਈ ਹੋਰ ਕਾਰਨ ਹੈ ਤਾਂ ਮਕਾਨ ਮਾਲਕ ਕਿਰਾਏਦਾਰ ਨੂੰ ਘਰ ਛੱਡਣ ਦੇ ਵਾਸਤੇ ਹੁਣ ਕਹਿ ਸਕਦੇ ਨੇ। ਇਸ ਦੇ ਨਾਲ ਹੀ ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ ਜੋ ਕਿ ਓਨਟਾਰੀਓ ਤੋਂ ਹੈ। ਓਨਟਾਰੀਓ ਸਰਕਾਰ ਦੇ ਵੱਲੋਂ ਵੀ ਵੱਖੋ ਵੱਖਰੇ ਪੜਾਅ ਤਹਿਤ ਸੂਬੇ ਵਿੱਚ ਆਰਥਿਕਤਾ ਨੂੰ ਖੋਲ੍ਹਿਆ ਜਾ ਰਿਹਾ ਹੈ ਤਾਂ ਸਕੂਲਾਂ ਨੂੰ ਖੋਲ੍ਹਣ ਦੇ ਬਾਰੇ ਅੱਜ ਜੋ ਐਲਾਨ ਹੋਇਆ ਹੈ ਉਸ ਦੇ ਵਿੱਚ ਦੱਸਿਆ ਗਿਆ ਕਿ ਸਤੰਬਰ ਮਹੀਨੇ ਤੋਂ ਸਕੂਲਾਂ ਨੂੰ ਖੋਲ੍ਹਣ ਦੇ ਉੱਤੇ ਫੈਸਲਾ ਲਿਆ ਜਾਵੇਗਾ। ਇਸ ਫੈਸਲੇ ਦੇ ਬਾਰੇ ਹੁਣ ਜੋ ਐਲਾਨ ਕੀਤਾ ਗਿਆ ਉਸ ਮੁਤਾਬਕ ਸਾਰੀ ਪੜ੍ਹਾਈ ਸਕੂਲਾਂ ਦੇ ਵਿੱਚ ਉਸੇ ਤਰ੍ਹਾਂ ਸ਼ੁਰੂ ਨਹੀਂ ਹੋਵੇਗੀ, ਪਰ ਜਿਹੜੇ ਜ਼ਰੂਰੀ ਕੰਮ ਨੇ ਜਿਹੜੇ ਸਕੂਲ ਦੇ ਵਿੱਚ ਆ ਕੇ ਹੀ ਹੋ ਸਕਦੇ ਨੇ ਉਸ ਦੇ ਉੱਤੇ 1 ਜਾਂ 2 ਦਿਨ ਵਾਸਤੇ ਬੱਚਿਆਂ ਨੂੰ ਬੁਲਾਇਆ ਜਾਵੇਗਾ, ਇਸ ਦੇ ਉੱਤੇ ਕੰਮ ਕੀਤਾ ਜਾਵੇਗਾ। ਬਾਕੀ ਸਾਰੀ ਪੜ੍ਹਾਈ ਹਜੇ ਆਨਲਾਈਨ ਹੀ ਕੀਤੀ ਜਾਵੇਗੀ। ਬਾਕੀ ਸਕੂਲਾਂ ਵਿੱਚ ਬੱਚਿਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਸਮੇਂ-ਸਮੇਂ ਦੇ ਉੱਤੇ ਕਦਮ ਚੁੱਕੇ ਜਾਣਗੇ। ਇੱਥੇ ਜ਼ਿਕਰਯੋਗ ਹੈ ਕਿ ਕਿਊਬੈਕ ਦੇ ਵਿੱਚ ਵੀ ਸਕੂਲ ਖੋਲ੍ਹੇ ਗਏ ਸੀ, ਵੱਖੋ ਵੱਖਰੇ ਸੂਬਿਆਂ ਦੇ ਵਿੱਚ ਇਸ ਦੇ ਉੱਤੇ ਫੈਸਲੇ ਲਏ ਗਏ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੀ ਸਕੂਲ ਖੋਲ੍ਹੇ ਗਏ, ਜਿਸ ਦੇ ਵਿੱਚ ਕੱਲ੍ਹ ਹੀ ਖਬਰ ਵੀ ਸਾਹਮਣੇ ਆਈ ਸੀ ਕਿ ਇੱਕ ਸਕੂਲ ਦੇ ਵਿੱਚ ਇੱਕ ਅਧਿਆਪਕ ਨੂੰ ਕੋਵਿਡ-19 ਤੋਂ ਪੀੜਤ ਪਾਇਆ ਗਿਆ, ਜਿਸ ਤੋਂ ਬਾਅਦ ਪੂਰਾ ਸਕੂਲ ਬੰਦ ਕਰਨਾ ਪਿਆ। ਤਾਂ ਇਸੇ ਦੇ ਉੱਤੇ ਇਹ ਵੀ ਹੈ ਕਿ ਜੇਕਰ ਕੋਈ ਅਜਿਹਾ ਮਾਮਲਾ ਸਾਹਮਣੇ ਆ ਜਾਂਦਾ ਹੈ ਤਾਂ ਤੁਰੰਤ ਇਸ ਦੇ ਉੱਤੇ ਸਖਤ ਕਦਮ ਚੁੱਕੇ ਜਾਣਗੇ ਤੇ ਕਈ ਹਦਾਇਤਾਂ ਦੇ ਸਮੇਤ ਜਿਵੇਂ ਕਿ ਬਾਰ-ਬਾਰ ਸਫਾਈ ਕਰਨੀ, ਬੱਚਿਆਂ ਤੇ ਅਧਿਆਪਕਾਂ ਤੇ ਸਾਰੇ ਜਿਹੜੇ ਸਕੂਲ ਦੇ ਵਿੱਚ ਮੌਜੂਦ ਹੋਣਗੇ ਉਹਨਾਂ ਦਰਮਿਆਨ ਵਿੱਥ ਬਣਾਈ ਰੱਖਣੀ ਤੇ ਸੈਨੀਟਾਈਜ਼ ਕਰਨਾ ਬਾਰ-ਬਾਰ ਸਕੂਲ ਨੂੰ, ਇਸ ਦੇ ਉੱਤੇ ਓਨਟਾਰੀਓ ਦੇ ਵਿੱਚ ਵੀ ਕੁਝ ਇਸੇ ਤਰ੍ਹਾਂ ਕੰਮ ਕੀਤਾ ਜਾਵੇਗਾ। ਇੱਥੇ ਜ਼ਿਕਰਯੋਗ ਹੈ ਕਿ ਜਿਵੇਂ ਕਿ ਓਨਟਾਰੀਓ ਵਿੱਚ ਵੱਡੀ ਗਿਣਤੀ ਦੇ ਵਿੱਚ ਮਾਮਲੇ ਹੁਣ ਤੱਕ ਲਗਾਤਾਰ ਸਾਹਮਣੇ ਆ ਰਹੇ ਸਨ ਕੋਵਿਡ-19 ਨਾਲ ਸੰਬੰਧਿਤ ਤੇ ਹੁਣ ਉਹਨਾਂ ਮਾਮਲਿਆਂ ਦੀ ਗਿਣਤੀ ਦੇ ਵਿੱਚ ਥੋੜ੍ਹੀ ਕਮੀ ਆਈ ਹੈ ਤੇ ਕਾਫੀ ਹੱਦ ਤੱਕ ਕਾਬੂ ਕੋਵਿਡ-19 ਦੇ ਉੱਤੇ ਪਾਉਣ ਦੇ ਵਿੱਚ ਸਰਕਾਰਾਂ ਕਾਮਯਾਬ ਹੋ ਰਹੀਆਂ ਨੇ। ਪਰ ਇਸ ਦੇ ਵਿੱਚ ਇਹ ਵੀ ਹੈ ਕਿ ਸਮੇਂ-ਸਮੇਂ ਉੱਤੇ ਜੋ ਕਦਮ ਚੁੱਕੇ ਜਾਣੇ ਨੇ ਤੇ ਇਸ ਦੇ ਨਾਲ ਹੀ ਇਹ ਵੀ ਕਿਆਸ ਲਗਾਏ ਜਾ ਰਹੇ ਨੇ ਕਿ ਅੱਗੇ ਹੋ ਸਕਦਾ ਹੈ ਕਿ ਜਦੋਂ ਦੂਜੀ ਵੇਵ ਆਉਣੀ ਹੈ ਤਾਂ ਉਸ ਸਮੇਂ ਜ਼ਿਆਦਾ ਮਾਮਲੇ ਸਾਹਮਣੇ ਆ ਸਕਦੇ ਨੇ। ਉਸ ਦੇ ਨਾਲ ਨਜਿੱਠਣ ਦੇ ਵਾਸਤੇ ਵੀ ਇਸੇ ਸਮੇਂ ਕਦਮ ਚੁੱਕੇ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਗਲੀ ਖਬਰ ਹੈ ਕਿ ਜਿਵੇਂ ਅਮਰੀਕਾ ਤੇ ਕੈਨੇਡਾ ਵਿੱਚ ਵੱਖੋ ਵੱਖਰੇ ਪੱਧਰ ਦੇ ਉੱਤੇ ਪੁਲਿਸ ਦੇ ਉੱਤੇ ਇਲਜ਼ਾਮ ਲਗਾਉਂਦੇ ਹੋਏ ਕਿ ਨਸਲੀ ਭੇਦਭਾਵ ਕੀਤਾ ਜਾਂਦਾ ਹੈ, ਵੱਖੋ ਵੱਖਰੇ ਥਾਵਾਂ ਦੇ ਉੱਤੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਤਾਂ ਟੋਰਾਂਟੋ ਦੇ ਵਿੱਚ ਵੀ ਇੱਕ ਸ਼ਾਂਤਮਈ ਪ੍ਰਦਰਸ਼ਨ ਕੀਤਾ ਗਿਆ, ਪਰ ਇਸ ਪ੍ਰਦਰਸ਼ਨ ਦੌਰਾਨ ਪੁਲਿਸ ਥਾਣੇ ਦੇ ਸਾਹਮਣੇ ਪ੍ਰਦਰਸ਼ਨਕਾਰੀਆਂ ਨੇ ਡੀਫੰਡ ਪੁਲਿਸ ਲਿਖ ਦਿੱਤਾ। ਡੀਫੰਡ ਪੁਲਿਸ ਦੀ ਮੰਗ ਬਾਰ-ਬਾਰ ਕੀਤੀ ਜਾ ਰਹੀ ਹੈ ਕਿ ਪੁਲਿਸ ਨੂੰ ਫੰਡਿੰਗ ਦੇਣੀ ਬੰਦ ਕੀਤੀ ਜਾਵੇ ਕਿ ਸ਼ਾਂਤੀ ਬਣਾਏ ਰੱਖਣ ਦੇ ਵਾਸਤੇ ਲੋਕ ਆਪਣੇ ਆਪ ਆਪਣੀ ਜ਼ਿੰਮੇਵਾਰੀ ਸਮਝ ਸਕਦੇ ਨੇ। ਪੁਲਿਸ ਦੇ ਵੱਲੋਂ ਸਹੀ ਕੰਮ ਨਹੀਂ ਕੀਤਾ ਜਾ ਰਿਹਾ, ਇਹ ਇਲਜ਼ਾਮ ਲਾਏ ਜਾ ਰਹੇ ਨੇ। ਵੱਖੋ ਵੱਖਰੀਆਂ ਥਾਵਾਂ ਦੇ ਉੱਤੇ ਡੀਫੰਡ ਪੁਲਿਸ ਦੇ ਬੋਰਡ ਦਿਖਾਉਂਦੇ ਹੋਏ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਤੇ ਉਸੇ ਦਾ ਵੀ ਹਿੱਸਾ ਸੀ ਕਿ ਟੋਰਾਂਟੋ ਦੇ ਵਿੱਚ ਪ੍ਰਦਰਸ਼ਨ ਕੀਤੇ ਗਏ, ਪਰ ਜਿਹੜਾ ਹੁਣ ਪ੍ਰਦਰਸ਼ਨ ਕੀਤਾ ਗਿਆ ਹੈ ਇਸ ਦੇ ਸ਼ਾਂਤਮਈ ਹੋਣ ਦਾ ਵੀ ਦਾਅਵਾ ਕੀਤਾ ਗਿਆ, ਜਿਸ ਦੇ ਵਿੱਚ ਡੀਫੰਡ ਪੁਲਿਸ ਜ਼ਰੂਰ ਥਾਣੇ ਦੇ ਅੱਗੇ ਲਿਖਿਆ ਗਿਆ। ਅਗਲੀ ਖਬਰ ਉਸ ਰਿਪੋਰਟ ਦੇ ਬਾਰੇ ਹੈ ਜੋ ਕਿ ਸਟੈਟਿਸਟਿਕਸ ਕੈਨੇਡਾ ਦੇ ਵੱਲੋਂ ਜਾਰੀ ਕੀਤੀ ਗਈ ਹੈ, ਜਿਸ ਦੇ ਵਿੱਚ ਅੰਕੜੇ ਜਾਰੀ ਕੀਤੇ ਗਏ ਨੇ ਕਿ ਆਖਿਰ ਕੈਨੇਡਾ ਵਾਸੀ ਆਖਿਰ ਹੁਣ ਕਿਸ ਤਰ੍ਹਾਂ ਖਰੀਦਦਾਰੀ ਜ਼ਿਆਦਾ ਕਰ ਰਹੇ ਨੇ, ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਸਟੋਰਸ ਦੇ ਉੱਤੇ ਜਾ ਕੇ ਖਰੀਦਦਾਰੀ ਕਿੰਨੀ ਘਟ ਗਈ ਹੈ ਤੇ ਆਨਲਾਈਨ ਖਰੀਦਦਾਰੀ ਕਿੰਨੀ ਵੱਧ ਗਈ ਹੈ। ਸਟੈਟਿਸਟਿਕਸ ਕੈਨੇਡਾ ਦੇ ਵੱਲੋਂ ਜਾਣਕਾਰੀ ਜਾਰੀ ਕੀਤੀ ਗਈ ਹੈ। ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਆਨਲਾਈਨ ਸ਼ਾਪਿੰਗ ਬਹੁਤ ਜ਼ਿਆਦਾ ਵੱਡੇ ਪੱਧਰ ਦੇ ਉੱਤੇ ਪਹਿਲਾਂ ਨਾਲੋਂ ਵਧੀ ਹੈ। ਜੇਕਰ ਅਪ੍ਰੈਲ ਮਹੀਨੇ ਦੇ ਅੰਕੜਿਆਂ ਦੇ ਉੱਤੇ ਨਜ਼ਰ ਮਾਰੀ ਜਾਵੇ ਤਾਂ ਉਸ ਦੇ ਵਿੱਚ ਏਜੰਸੀ ਨੇ ਦੱਸਿਆ ਕਿ ਰਿਟੇਲ ਯਾਨੀ ਕਿ ਜਿਹੜੇ ਸਟੋਰਸ ਦੇ ਉੱਤੇ ਜਾ ਕੇ ਕੱਪੜਿਆਂ ਤੇ ਹੋਰ ਸਮਾਨ ਦੀ ਖਰੀਦਦਾਰੀ ਕਰਦੇ ਨੇ ਉਸ ਦੇ ਵਿੱਚ 26.4% ਤੱਕ ਕਮੀ ਆਈ ਹੈ। 1 ਅਪ੍ਰੈਲ ਮਹੀਨੇ ਦੇ ਵਿੱਚ ਹੀ $34.7 ਬਿਲੀਅਨ ਦੀ ਖਰੀਦਦਾਰੀ
ਦੇ ਵਿੱਚ ਕਮੀ ਆਈ ਹੈ, ਜਿਸ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਦੇ ਨਾਲ ਇਹ ਵੀ ਕਿਹਾ ਗਿਆ ਹੈ ਕਿ ਮਾਰਚ ਮਹੀਨੇ ਵੀ ਕੁਝ ਇਸੇ ਤਰ੍ਹਾਂ ਰਿਹਾ ਤੇ ਕਈ ਕੈਨੇਡੀਅਨ ਰਿਟੇਲਰਸ ਦੇ ਵੱਲੋਂ ਇਨ੍ਹਾਂ ਮਹੀਨਿਆਂ ਦੇ ਦੌਰਾਨ ਸ਼ਾਪਿੰਗ ਨੂੰ ਬੰਦ ਵੀ ਕਰ ਦਿੱਤਾ ਗਿਆ ਸੀ ਕਿ ਉਹਨਾਂ ਨੇ ਆਪਣੇ ਸਟੋਰ ਬੰਦ ਕਰ ਦਿੱਤੇ ਸੀ, ਜਿਸ ਕਰਕੇ ਵੀ ਅਸਰ ਪਿਆ ਤੇ ਇਸੇ ਸਮੇਂ ਦੌਰਾਨ ਆਨਲਾਈਨ ਸ਼ਾਪਿੰਗ ਵਿੱਚ ਇੱਕ ਵੱਡਾ ਉਛਾਲ ਆਇਆ ਤੇ ਇਸੇ ਤਰ੍ਹਾਂ ਜਦੋਂ ਗਰੋਸਰੀ ਸਟੋਰਸ ਦੇ ਬਾਰੇ ਅੰਕੜੇ ਜਾਰੀ ਹੋਏ ਤਾਂ ਉਸ ਦੇ ਬਾਰੇ ਵੀ ਇਹੋ ਜਾਣਕਾਰੀ ਸਾਹਮਣੇ ਆਈ ਹੈ ਕਿ ਗਰੋਸਰੀ ਸਟੋਰਸ ਤੋਂ ਸਮਾਨ ਲੈਣ ਬਾਰੇ ਵੀ ਲੋਕਾਂ ਦੇ ਵੱਲੋਂ ਚੋਣ ਆਨਲਾਈਨ ਸ਼ਾਪਿੰਗ ਦੀ ਕੀਤੀ ਗਈ ਹੈ ਤੇ ਇਸ ਦੇ ਵਿੱਚ ਜਾਣਕਾਰੀ ਜਦੋਂ ਜਾਰੀ ਕੀਤੀ ਗਈ ਤਾਂ ਇਹ ਵੀ ਦੱਸਿਆ ਗਿਆ ਹੈ ਕਿ ਵੱਖੋ ਵੱਖਰੇ 11 ਸੈਕਟਰ ਨੇ ਜਿਨ੍ਹਾਂ ਦੇ ਵਿੱਚ ਕਾਫੀ ਵੱਡੇ ਪੱਧਰ ਦੇ ਉੱਤੇ ਕਮੀ ਦਿਖਾਈ ਦਿੱਤੀ ਹੈ ਕਿ ਘਾਟਾ ਉਹਨਾਂ ਨੂੰ ਪਿਆ ਹੈ, ਜਿਸ ਦੇ ਵਿੱਚ 10 ਵੱਖੋ ਵੱਖਰੇ ਸੂਬੇ ਆਉਂਦੇ ਨੇ ਜਿੱਥੇ ਸਭ ਤੋਂ ਜ਼ਿਆਦਾ ਘਾਟਾ ਇਹਨਾਂ ਮਹੀਨਿਆਂ ਦੇ ਦੌਰਾਨ ਸਟੋਰਸ ਨੂੰ ਪਿਆ, ਜਿੱਥੇ ਲੋਕਾਂ ਦੇ ਵੱਲੋਂ ਖਰੀਦਦਾਰੀ ਸਟੋਰਸ ਦੇ ਵਿੱਚ ਜਾ ਕੇ ਘੱਟ ਕੀਤੀ ਗਈ ਹੈ। ਜਿਸ ਦੇ ਬਾਰੇ ਜਦੋਂ ਵੱਖੋ ਵੱਖਰੇ ਅੰਕੜੇ ਪੇਸ਼ ਕੀਤੇ ਗਏ ਨੇ ਉਸ ਦੇ ਵਿੱਚ ਦੱਸਿਆ ਗਿਆ ਹੈ ਕਿ ਵਾਹਨਾਂ ਦੀ ਖਰੀਦਦਾਰੀ ਜਾਂ ਫਿਰ ਵਾਹਨਾਂ ਦੇ ਜੋ ਪਾਰਟ ਹੁੰਦੇ ਨੇ, ਹਿੱਸੇ ਹੁੰਦੇ ਨੇ, ਉਹਨਾਂ ਦੀ ਖਰੀਦਦਾਰੀ ਦੇ ਵਿੱਚ 44% ਤੱਕ ਕਮੀ ਆਈ ਹੈ। ਇਸ ਦੇ ਨਾਲ ਹੀ ਫਰਨੀਚਰ ਦੀ ਖਰੀਦਦਾਰੀ ਵਿੱਚ 51% ਤੱਕ ਕਮੀ ਆਈ ਹੈ। ਕੱਪੜਿਆਂ ਤੇ ਗਹਿਣਿਆਂ ਦੀ ਖਰੀਦਦਾਰੀ ਵਿੱਚ 70% ਤੱਕ ਕਮੀ ਆਈ ਹੈ ਤੇ ਗੈਸ ਸਟੇਸ਼ਨਸ ਦੀ ਕਮਾਈ ਦੇ ਵਿੱਚ 32% ਤੱਕ ਕਮੀ ਆਈ ਹੈ ਤੇ ਨਾਲ ਹੀ ਆਨਲਾਈਨ ਸ਼ਾਪਿੰਗ ਦੇ ਵਿੱਚ ਸਾਲ 2019 ਤੋਂ ਬਾਅਦ ਹੁਣ ਤੱਕ 120% ਦਾ ਵਾਧਾ ਹੋਇਆ ਦੱਸਿਆ ਗਿਆ, ਯਾਨੀ ਕਿ ਦੁੱਗਣੇ ਤੋਂ ਵੀ ਵੱਧ ਵਾਧਾ ਆਨਲਾਈਨ ਸ਼ਾਪਿੰਗ ਦੇ ਵਿੱਚ ਹੋਇਆ ਹੈ। ਲੋਕਾਂ ਦੇ ਵੱਲੋਂ ਜ਼ਿਆਦਾਤਰ ਹੁਣ ਆਨਲਾਈਨ ਖਰੀਦਦਾਰੀ ਕੀਤੀ ਜਾ ਰਹੀ ਹੈ ਤੇ ਸਭ ਤੋਂ ਜ਼ਿਆਦਾ ਇਸ ਦੇ ਵਿੱਚ ਵੱਡੀਆਂ ਵੈਬਸਾਈਟਸ ਨੇ ਜੋ ਉਹਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ, ਜਿਵੇਂ ਕਿ Amazon ਤੇ ਅਜਿਹੀਆਂ ਕੰਪਨੀਆਂ ਦਾ ਕੰਮ ਵੀ ਵਧਿਆ ਹੈ। ਇਹੋ ਕਾਰਨ ਸੀ ਕੋਵਿਡ-19 ਦੇ ਦੌਰਾਨ ਜਿੱਥੇ ਇੱਕ ਪਾਸੇ ਨੌਕਰੀਆਂ ਜਾ ਰਹੀਆਂ ਸਨ ਤਾਂ ਆਨਲਾਈਨ ਸ਼ਾਪਿੰਗ ਵਾਲੀਆਂ ਕੰਪਨੀਆਂ ਜਿਵੇਂ ਕਿ Amazon ਇਹਨਾਂ ਦੇ ਵੱਲੋਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਨੌਕਰੀਆਂ ਕੱਢੀਆਂ ਜਾ ਰਹੀਆਂ ਸਨ ਤੇ ਹੁਣ ਵੀ ਖਾਸ ਤੌਰ ਦੇ ਉੱਤੇ ਡਿਲੀਵਰੀ ਡਰਾਈਵਰਸ ਦੀਆਂ ਨੌਕਰੀਆਂ ਸਭ ਤੋਂ ਜ਼ਿਆਦਾ ਵਧੀਆਂ ਨੇ ਅਜਿਹਾ ਮੰਨਿਆ ਜਾ ਰਿਹਾ ਹੈ, ਕਿਉਂਕਿ ਲੋਕਾਂ ਦੇ ਵੱਲੋਂ ਹੁਣ ਆਪ ਸਟੋਰਸ ਦੇ ਉੱਤੇ ਸਮਾਨ ਲੈਣਾ ਇਸ ਤੋਂ ਥੋੜਾ ਗੁਰੇਜ਼ ਕੀਤਾ ਜਾ ਰਿਹਾ ਹੈ। ਪਰ ਜਿਉਂ ਹੀ ਹਦਾਇਤਾਂ 'ਚ ਢਿੱਲ ਦਿੱਤੀ ਗਈ ਹੈ ਤਾਂ ਉਸੇ ਤਰ੍ਹਾਂ ਸ਼ਾਪਿੰਗ ਮਾਲਸ ਦੇ ਵਿੱਚ ਵੀ ਲੋਕਾਂ ਦੀ ਗਿਣਤੀ ਤਾਂ ਪਹਿਲਾਂ ਨਾਲੋਂ ਵਧੀ ਹੈ ਪਰ ਉਨੀ ਨਹੀਂ ਵਧੀ ਜਿੰਨੀ ਪਹਿਲਾਂ ਹੁੰਦੀ ਸੀ। ਇਹੋ ਕਾਰਨ ਇਹ ਵੀ ਹੈ ਕਿ ਸਟੋਰਸ ਦੇ ਵੱਲੋਂ ਵੱਖੋ ਵੱਖਰੀਆਂ ਆਫਰਸ ਵੀ ਦਿੱਤੀਆਂ ਜਾ ਰਹੀਆਂ ਨੇ, ਡਿਸਕਾਊਂਟ ਵੀ ਦਿੱਤੇ ਜਾ ਰਹੇ ਨੇ ਤਾਂ ਕਿ ਦੁਬਾਰਾ ਤੋਂ ਖਰੀਦਦਾਰਾਂ ਨੂੰ ਲੁਭਾਇਆ ਜਾ ਸਕੇ ਕਿ ਉਹ ਆਨਲਾਈਨ ਸ਼ਾਪਿੰਗ ਤੋਂ ਹਟ ਕੇ ਮੁੜ ਤੋਂ ਸਟੋਰਸ ਦੇ ਉੱਤੇ ਆ ਕੇ ਸ਼ਾਪਿੰਗ ਕਰਨੀ ਸ਼ੁਰੂ ਕਰ ਦੇਣ। ਅਗਲੀ ਖਬਰ ਹੈ ਜੋ ਸਰੀ RCMP ਦੇ ਵੱਲੋਂ ਜਾਣਕਾਰੀ ਜਾਰੀ ਕੀਤੀ ਗਈ ਹੈ ਕਿ ਸਰੀ ਦੇ ਵਿੱਚ 2 ਥਾਵਾਂ ਦੇ ਉੱਤੇ 2 ਘਰਾਂ 'ਚ ਛਾਪੇਮਾਰੀ ਕੀਤੀ ਗਈ ਜੋ ਨਸ਼ਾ ਤਸਕਰਾਂ ਨੂੰ ਫੜਨ ਦੇ ਵਾਸਤੇ ਤੇ ਨਸ਼ਾ ਸਟਰੀਟਸ ਦੇ ਉੱਤੇ ਨਾ ਵੰਡਿਆ ਜਾਵੇ ਉਸ ਸੰਬੰਧੀ ਉਸ ਦੇ ਖਿਲਾਫ ਇੱਕ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਉਸੇ ਆਪਰੇਸ਼ਨ ਦੇ ਤਹਿਤ ਇਹ ਵੀ ਛਾਪੇਮਾਰੀ ਕੀਤੀ ਗਈ ਤੇ 2 ਘਰਾਂ ਦੇ ਵਿੱਚੋਂ ਕਾਫੀ ਸਮਾਨ ਪੁਲਿਸ ਨੇ ਬਰਾਮਦ ਕੀਤਾ। ਸਰੀ RCMP ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਹਨਾਂ ਦੀ ਡਰੱਗ ਯੂਨਿਟ ਨੇ 2 ਵੱਖੋ ਵੱਖਰੇ ਘਰਾਂ ਦੇ ਵਿੱਚ ਛਾਪੇਮਾਰੀ ਕੀਤੀ ਹੈ। ਇੱਕ ਸਰੀ ਸੈਂਟਰ ਖੇਤਰ ਵਿੱਚ ਘਰ ਹੈ ਤੇ ਇੱਕ ਨਿਊਟਨ ਖੇਤਰ ਵਿੱਚ, ਜਿੱਥੇ ਕਿ ਛਾਪੇਮਾਰੀ ਦੌਰਾਨ ਪੁਲਿਸ ਨੂੰ ਨਸ਼ੇ ਤੇ ਹੈਂਡਗਨਸ ਮਿਲੀਆਂ ਨੇ। ਇਸ ਦੌਰਾਨ ਸਰੀ RCMP ਦੇ ਵੱਲੋਂ ਜਦੋਂ ਜਾਣਕਾਰੀ ਜਾਰੀ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਇਸ ਦੀ ਜਾਂਚ ਉਹਨਾਂ ਨੇ ਮਈ 2020 ਦੇ ਵਿੱਚ ਸ਼ੁਰੂ ਕੀਤੀ ਸੀ, ਜਿਸ ਦੌਰਾਨ ਡਾਇਲੇ ਡੋਪ ਆਪਰੇਸ਼ਨ ਜੋ ਚਲਾਏ ਜਾ ਰਹੇ ਨੇ ਉਹਨਾਂ ਤਹਿਤ ਇਹ ਜਾਂਚ ਕੀਤੀ ਜਾ ਰਹੀ ਸੀ। ਜਿਸ ਤੋਂ ਬਾਅਦ ਪੁਲਿਸ ਨੂੰ ਕਈ ਸਬੂਤ ਮਿਲੇ ਤੇ ਫਿਰ ਸਰੀ ਦੇ 2 ਘਰਾਂ ਵਾਸਤੇ ਸਰਚ ਵਾਰੰਟ ਕੱਢੇ ਗਏ। ਇੱਕ 9000 ਬਲਾਕ ਤੇ ਬੈਨ ਨੇਵਿਸ ਕ੍ਰੀਸੈਂਟ ਦੇ ਉੱਤੇ ਤੇ ਇੱਕ 12200 ਬਲਾਕ ਤੇ 80 ਐਵੇਨਿਊ ਦੇ ਉੱਤੇ ਮੌਜੂਦ ਹੈ। ਦੋਵੇਂ ਘਰਾਂ ਦੇ ਵਿੱਚ ਜੂਨ 2 ਨੂੰ ਛਾਪੇਮਾਰੀ ਕੀਤੀ ਗਈ ਤੇ ਇਸ ਦੌਰਾਨ ਛਾਪੇਮਾਰੀ ਕਰਦੇ ਹੋਏ ਅਧਿਕਾਰੀਆਂ ਨੂੰ ਵੱਡੀ ਮਾਤਰਾ ਦੇ ਵਿੱਚ ਕੋਕੇਨ, ਓਪੀਅਮ ਤੇ $1000 ਤੱਕ ਕੈਸ਼, 2 ਪਿਸਟਲ ਤੇ ਨਾਲ ਰੌਂਦ ਮਿਲੇ। ਅਧਿਕਾਰੀਆਂ ਨੇ ਦੱਸਿਆ ਕਿ ਜਿਹੜਾ ਵੀ ਸਮਾਨ ਉਹਨਾਂ ਨੇ ਸੀਜ਼ ਕੀਤਾ ਹੈ ਉਸ ਤੋਂ ਪਤਾ ਲੱਗ ਰਿਹਾ ਸੀ ਕਿ ਉੱਥੋਂ ਤਸਕਰੀ ਕੀਤੀ ਜਾ ਰਹੀ ਸੀ। ਨਸ਼ਾ ਤਸਕਰੀ ਨਾਲ ਸੰਬੰਧਿਤ ਮਾਮਲੇ ਇਸ ਦੇ ਉੱਤੇ ਦਰਜ ਹੋ ਸਕਦੇ ਨੇ, ਪਰ ਅਧਿਕਾਰੀਆਂ ਨੇ ਕਿਹਾ ਕਿ ਹਜੇ ਤੱਕ ਕਿਸੇ ਉੱਤੇ ਵੀ ਕੋਈ ਮਾਮਲਾ ਦਰਜ ਨਹੀਂ ਹੋਇਆ ਹੈ। 2 ਵਿਅਕਤੀ ਗ੍ਰਿਫਤਾਰ ਕੀਤੇ ਗਏ ਸਨ ਜਿਨ੍ਹਾਂ ਨੂੰ ਕੁਝ ਦੇਰ ਬਾਅਦ ਛੱਡ ਵੀ ਦਿੱਤਾ ਗਿਆ। ਹੁਣ ਇਸ ਦੇ ਉੱਤੇ ਹੋਰ ਜ਼ਿਆਦਾ ਜਾਂਚ ਚੱਲੇਗੀ, ਜਿਸ ਤੋਂ ਬਾਅਦ ਅਧਿਕਾਰੀਆਂ ਦੇ ਵੱਲੋਂ ਕਿਹਾ ਗਿਆ ਕਿ ਹੋਰ ਜਾਣਕਾਰੀ ਦਿੱਤੀ ਜਾ ਸਕਦੀ ਹੈ। ਸਰੀ RCMP ਦੇ ਵੱਲੋਂ ਡਰਾਈਲੇ ਡੋਪ ਆਪਰੇਸ਼ਨ ਚਲਾਏ ਜਾ ਰਹੇ ਨੇ ਜੋ ਕਿ ਨਸ਼ਾ ਤਸਕਰੀ ਦੇ ਕੰਮ ਨੂੰ ਰੋਕਣ ਦੇ ਵਾਸਤੇ ਚਲਾਏ ਜਾ ਰਹੇ ਨੇ, ਜਿਸ ਤਹਿਤ ਅਧਿਕਾਰੀਆਂ ਨੇ ਕਿਹਾ ਕਿ ਵੱਖੋ ਵੱਖਰੇ ਵਾਹਨ ਉਹਨਾਂ ਦੇ ਵੱਲੋਂ ਰੋਕੇ ਜਾਂਦੇ ਨੇ ਤੇ ਫਿਰ ਨਾਲ ਹੀ ਸ਼ੱਕੀ ਜਿਹੜੇ ਸਮਾਨ ਇੱਕ ਦੂਜੇ ਨੂੰ ਫੜਾਇਆ ਜਾਂਦਾ ਹੈ ਜਦੋਂ ਵਿਅਕਤੀਆਂ ਦੇ ਵੱਲੋਂ, ਉੱਥੇ ਵੀ ਜਾਂਚ ਕੀਤੀ ਜਾਂਦੀ ਹੈ ਤੇ ਭਾਈਚਾਰੇ ਦੇ ਵਿੱਚ ਜਿਹੜੇ ਉਹਨਾਂ ਨੂੰ ਸਬੂਤ ਮਿਲਦੇ ਨੇ ਉਹਨਾਂ ਦੇ ਆਧਾਰ ਦੇ ਉੱਤੇ ਘਰਾਂ ਦੇ ਵਿੱਚ ਵੀ ਜਾਂਚ ਕੀਤੀ ਜਾਂਦੀ ਹੈ।
ਜਿਸ ਤੋਂ ਬਾਅਦ ਕਾਫੀ ਮਾਮਲਿਆਂ ਵਿੱਚ ਉਹਨਾਂ ਨੇ ਕਾਮਯਾਬੀ ਮਿਲਣ ਦੀ ਗੱਲ ਵੀ ਕਹੀ ਹੈ। ਤੇ ਜੇਕਰ ਤੁਹਾਨੂੰ ਆਲੇ ਦੁਆਲੇ ਕਿਤੇ ਵੀ ਕੋਈ ਸ਼ੱਕੀ ਵਿਅਕਤੀ ਨਜ਼ਰ ਆਉਂਦਾ ਹੈ, ਲੱਗਦਾ ਹੈ ਕਿ ਕੋਈ ਗਲਤ ਕੰਮ ਹੋ ਰਿਹਾ ਹੈ, ਤਾਂ ਸਰੀ RCMP ਦੇ ਨਾਲ 604 5990 502 ਤੇ ਸੰਪਰਕ ਕੀਤਾ ਜਾ ਸਕਦਾ ਹੈ। ਤੁਹਾਨੂੰ ਦਿਖਾਉਂਦੇ ਹਾਂ ਕਿ ਕੋਵਿਡ-19 ਨਾਲ ਸੰਬੰਧਿਤ ਕੈਨੇਡਾ ਭਰ ਵਿੱਚ ਕਿੰਨੇ ਹੋ ਚੁੱਕੇ ਨੇ ਅੰਕੜੇ ਤੇ ਆਖਿਰ ਹਰ ਸੂਬੇ ਦੇ ਵਿੱਚ ਕਿੰਨੇ ਕੁ ਐਕਟਿਵ ਕੇਸ ਇਸ ਸਮੇਂ ਨੇ। ਕੈਨੇਡਾ ਭਰ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ 1,01,000 ਦੇ ਕਰੀਬ ਹੋ ਗਏ ਨੇ ਤੇ 62,984 ਵਿਅਕਤੀ ਪੂਰੀ ਤਰ੍ਹਾਂ ਠੀਕ ਵੀ ਹੋ ਚੁੱਕੇ ਨੇ ਤੇ 8346 ਹੁਣ ਤੱਕ ਮੌਤਾਂ ਹੋ ਚੁੱਕੀਆਂ ਨੇ। ਜੇਕਰ ਅਲਬਰਟਾ ਦੀ ਗੱਲ ਕਰੀਏ ਤਾਂ ਉੱਥੇ ਐਕਟਿਵ ਕੇਸ ਕਰੀਬ 512 ਨੇ ਤੇ 152 ਮੌਤਾਂ ਹੋਈਆਂ ਨੇ। ਬ੍ਰਿਟਿਸ਼ ਕੋਲੰਬੀਆ ਵਿੱਚ ਐਕਟਿਵ ਕੇਸ ਕਰੀਬ 178 ਨੇ ਤੇ 168 ਮੌਤਾਂ ਹੋਈਆਂ ਨੇ। ਮੈਨੀਟੋਬਾ ਵਿੱਚ ਐਕਟਿਵ ਕੇਸ ਕਰੀਬ 11 ਨੇ ਤੇ 7 ਮੌਤਾਂ ਹੋਈਆਂ ਨੇ। ਨਿਊ ਬ੍ਰੰਸਵਿਕ ਵਿੱਚ ਐਕਟਿਵ ਕੇਸ ਕਰੀਬ 27 ਨੇ ਤੇ 2 ਮੌਤਾਂ ਹੋਈਆਂ ਨੇ। ਨਿਊ ਫਾਊਂਡਲੈਂਡ ਦੇ ਵਿੱਚ ਐਕਟਿਵ ਕੇਸ ਇਸ ਸਮੇਂ ਕੋਈ ਵੀ ਨਹੀਂ ਦੱਸਿਆ ਜਾ ਰਿਹਾ ਤੇ 3 ਮੌਤਾਂ ਹੋਈਆਂ ਨੇ। ਨੋਵਾ ਸਕੋਸ਼ੀਆ ਵਿੱਚ ਐਕਟਿਵ ਕੇਸ ਕਰੀਬ 1 ਹੈ ਤੇ 62 ਮੌਤਾਂ ਹੋਈਆਂ ਨੇ। ਓਨਟਾਰੀਓ ਦੇ ਵਿੱਚ ਕਰੀਬ 2231 ਮਾਮਲੇ ਐਕਟਿਵ ਨੇ ਤੇ 2614 ਮੌਤਾਂ ਹੋਈਆਂ ਨੇ। ਪ੍ਰਿੰਸ ਐਡਵਰਡ ਆਈਲੈਂਡ ਦੇ ਉੱਤੇ ਇੱਕ ਵੀ ਐਕਟਿਵ ਕੇਸ ਇਸ ਸਮੇਂ ਨਹੀਂ ਦੱਸਿਆ ਗਿਆ। ਕਿਊਬੈਕ ਦੇ ਵਿੱਚ ਐਕਟਿਵ ਕੇਸ ਕਰੀਬ 26,203 ਨੇ ਤੇ 5375 ਮੌਤਾਂ ਹੋਈਆਂ ਨੇ। ਸਸਕੈਚੁਅਨ ਦੇ ਵਿੱਚ ਐਕਟਿਵ ਕੇਸ ਕਰੀਬ 67 ਨੇ ਤੇ 13 ਮੌਤਾਂ ਹੋਈਆਂ ਨੇ। ਨਾਰਥ ਵੈਸਟ ਟੈਰੀਟਰੀਜ਼ ਤੋਂ ਇੱਕ ਵੀ ਮਾਮਲਾ ਸਾਹਮਣੇ ਨਹੀਂ ਆਇਆ ਤੇ ਨਾ ਹੀ ਕੋਈ ਐਕਟਿਵ ਕੇਸ ਹੈ ਤੇ ਨਾ ਹੀ ਯੂਕੋਨ ਤੋਂ। ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਵੱਲੋਂ ਸਖਤ ਕਦਮ ਚੁੱਕੇ ਜਾਣ ਦੀ ਉਸ ਸਮੇਂ ਗੱਲ ਕੀਤੀ ਗਈ ਹੈ ਜਦੋਂ ਸਾਹਮਣੇ ਆਇਆ ਕਿ BC ਦੇ ਐਮਰਜੈਂਸੀ ਰੂਮ ਵਿੱਚ ਸਟਾਫ ਦੇ ਵੱਲੋਂ ਇੱਕ ਅਜਿਹੀ ਖੇਡ ਖੇਡੀ ਜਾ ਰਹੀ ਸੀ ਜੋ ਕਿ ਨਸਲੀ ਭੇਦਭਾਵ ਨਾਲ ਸੰਬੰਧਿਤ ਸੀ। ਮੂਲ ਨਿਵਾਸੀਆਂ ਦੇ ਖੂਨ ਦੇ ਵਿੱਚ ਇਸ ਸੰਬੰਧੀ ਸ਼ਰਾਬ ਕਿੰਨੀ ਕੁ ਹੈ, ਇਸ ਨਾਲ ਸੰਬੰਧਿਤ ਇੱਕ ਖੇਡ ਖੇਡੀ ਜਾ ਰਹੀ ਸੀ ਤੇ ਉਸ ਦੇ ਬਾਰੇ ਸਿਹਤ ਮੰਤਰੀ ਐਡਰੀਅਨ ਡਿਕਸ ਦੇ ਵੱਲੋਂ ਜਾਣਕਾਰੀ ਵੀ ਦਿੱਤੀ ਗਈ ਤੇ ਨਾਲ ਹੀ ਜਾਂਚ ਖੋਲ੍ਹਣ ਦੇ ਵਾਸਤੇ ਵੀ ਕਹਿ ਦਿੱਤਾ ਗਿਆ। ਬ੍ਰਿਟਿਸ਼ ਕੋਲੰਬੀਆ ਵਿੱਚ ਕੁਝ ਸਿਹਤ ਕਾਮਿਆਂ ਦੇ ਉੱਤੇ ਨਸਲੀ ਭੇਦਭਾਵ ਵਰਗਾ ਵਤੀਰਾ ਕਰਨ ਦੇ ਇਲਜ਼ਾਮ ਲੱਗੇ ਨੇ। ਦਰਅਸਲ ਬ੍ਰਿਟਿਸ਼ ਕੋਲੰਬੀਆ 'ਚ ਐਮਰਜੈਂਸੀ ਰੂਮ ਸਟਾਫ ਦੇ ਵੱਲੋਂ ਇੱਕ ਅਜਿਹੀ ਖੇਡ ਖੇਡੀ ਜਾ ਰਹੀ ਸੀ ਜਿਸ ਨੂੰ ਕਿ ਪ੍ਰਾਈਸ ਇਜ਼ ਰਾਈਟ ਦੀ ਤਰ੍ਹਾਂ ਖੇਡਿਆ ਜਾ ਰਿਹਾ ਸੀ, ਜਿਸ ਦੇ ਵਿੱਚ ਜੋ ਮੂਲ ਨਿਵਾਸੀ ਮਰੀਜ਼ ਨੇ ਉਹਨਾਂ ਦੇ ਖੂਨ 'ਚ ਸ਼ਰਾਬ ਦੀ ਮਾਤਰਾ ਕਿੰਨੀ ਹੈ ਇਸ ਦੇ ਉੱਤੇ ਇਹ ਖੇਡ ਖੇਡੀ ਜਾ ਰਹੀ ਸੀ, ਜਿਸ ਦਾ ਖੁਲਾਸਾ ਮੂਲ ਨਿਵਾਸੀਆਂ ਦੇ ਸੱਭਿਆਚਾਰਕ ਸੁਰੱਖਿਅਤ ਰੱਖਣ ਦੇ ਵਾਸਤੇ ਜੋ ਟ੍ਰੇਨਿੰਗ ਸੈਸ਼ਨ ਹੁੰਦੇ ਨੇ ਉਸ ਦੇ ਵਿੱਚ ਹੋਇਆ। ਜਿਸ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਦੇ ਸਿਹਤ ਮੰਤਰੀ ਐਡਰੀਅਨ ਡਿਕਸ ਨੇ ਅੱਜ ਹੀ ਤਾਜ਼ਾ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਨੂੰ ਵੀਰਵਾਰ ਦੀ ਰਾਤ ਯਾਨੀ ਕਿ ਕੱਲ ਰਾਤ ਹੀ ਪਤਾ ਲੱਗਿਆ ਕਿ ਐਮਰਜੈਂਸੀ ਰੂਮ ਵਿੱਚ ਸਟਾਫ ਦੇ ਵੱਲੋਂ ਕੁਝ ਅਜਿਹੀ ਖੇਡ ਖੇਡੀ ਜਾ ਰਹੀ ਸੀ, ਜਿਸ ਦੇ ਬਾਰੇ ਉਹਨਾਂ ਨੇ ਕਿਹਾ ਕਿ ਅਜਿਹਾ ਵਤੀਰਾ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਜਿਸ ਦੇ ਉੱਤੇ ਹੁਣ ਜਾਂਚ ਖੋਲ੍ਹ ਦਿੱਤੀ ਗਈ ਹੈ। ਇਸ ਦੇ ਉੱਤੇ ਪੁੱਛੇ ਜਾਣ ਤੇ ਕਿ ਆਖਿਰ ਕਿੰਨੀ ਦੇਰ ਤੋਂ ਅਜਿਹੀ ਖੇਡ ਖੇਡੀ ਜਾ ਰਹੀ ਸੀ, ਕਿੰਨੇ ਕੁ ਸਿਹਤ ਕਾਮੇ ਇਸ ਦੇ ਵਿੱਚ ਸ਼ਾਮਲ ਨੇ ਤੇ ਕੀ ਉਹਨਾਂ ਦੇ ਉੱਤੇ ਕੋਈ ਕਾਰਵਾਈ ਹੋਈ ਹੈ, ਤਾਂ ਇਸ ਦਾ ਜਵਾਬ ਦਿੰਦੇ ਹੋਏ ਸਿਹਤ ਮੰਤਰੀ ਐਡਰੀਅਨ ਡਿਕਸ ਦੇ ਵੱਲੋਂ ਕਿਹਾ ਗਿਆ ਕਿ ਉਹਨਾਂ ਨੂੰ ਕੱਲ ਰਾਤ ਹੀ ਪਤਾ ਲੱਗਿਆ, ਜਿਸ ਦੇ ਉੱਤੇ ਹੁਣ ਜਾਂਚ ਚੱਲ ਰਹੀ ਹੈ। ਇਸ ਦੇ ਬਾਰੇ ਉਹਨਾਂ ਨੇ ਕੁਝ ਵੀ ਸਾਫ਼ ਨਹੀਂ ਕੀਤਾ ਕਿ ਆਖਿਰ ਕਿੰਨੇ ਚਿਰ ਤੋਂ ਇਹ ਕੁਝ ਇਸ ਤਰ੍ਹਾਂ ਚੱਲ ਰਿਹਾ ਸੀ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਾਂਚ ਖੋਲ੍ਹ ਦਿੱਤੀ ਗਈ ਹੈ ਤੇ ਜਦੋਂ ਤੱਕ ਜਾਂਚ ਦੇ ਵਿੱਚ ਸਭ ਕੁਝ ਸਾਹਮਣੇ ਨਹੀਂ ਆ ਜਾਂਦਾ ਉਦੋਂ ਤੱਕ ਅੱਗੇ ਹੋਰ ਉਹ ਜਾਣਕਾਰੀ ਨਹੀਂ ਦੇ ਸਕਦੇ। ਜਿਸ ਦੇ ਵਿੱਚ ਉਹਨਾਂ ਨੇ ਇਹੋ ਕਿਹਾ ਕਿ ਨਸਲੀ ਟਿੱਪਣੀਆਂ ਤੇ ਨਸਲੀ ਭੇਦਭਾਵ ਦੇ ਖਿਲਾਫ ਲਗਾਤਾਰ ਸਰਕਾਰ ਦੇ ਵੱਲੋਂ ਕਦਮ ਚੁੱਕੇ ਜਾਂਦੇ ਨੇ ਤੇ ਇਸ ਦੇ ਉੱਤੇ ਕਾਰਵਾਈ ਵੀ ਕੀਤੀ ਜਾਂਦੀ ਹੈ ਤੇ ਵੱਖੋ ਵੱਖਰੇ ਭਾਈਚਾਰਿਆਂ ਨੂੰ ਜੋ ਇਸ ਸੰਬੰਧੀ ਹਾਲਾਤ ਦਾ ਸਾਹਮਣਾ ਕਰਨਾ ਪੈਂਦਾ ਹੈ ਉਸ ਦੇ ਵਿੱਚ ਵੀ ਉਹਨਾਂ ਨੇ ਬੁਰਾ ਮਹਿਸੂਸ ਕੀਤੇ ਜਾਣ ਦੀ ਗੱਲ ਕਹੀ। ਹੁਣ ਸਿਹਤ ਵਿਭਾਗ ਦੇ ਵਿੱਚ ਮੂਲ ਨਿਵਾਸੀਆਂ ਦੇ ਉੱਤੇ ਖਾਸ ਤੌਰ ਦੇ ਉੱਤੇ ਹੁੰਦੇ ਨਸਲੀ ਭੇਦਭਾਵ ਨਾਲ ਸੰਬੰਧਿਤ ਜਾਂਚ ਖੋਲ੍ਹ ਦਿੱਤੀ ਗਈ ਹੈ, ਜੋ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੱਖੋ ਵੱਖਰੇ ਹਸਪਤਾਲਾਂ ਤੇ ਐਮਰਜੈਂਸੀ ਵਿਭਾਗਾਂ ਦੇ ਵਿੱਚ ਕੀਤੀ ਜਾਵੇਗੀ। ਚੀਨ ਨੇ ਇਸ ਸਮੇਂ ਮੁੜ ਤੋਂ ਜਾਣਕਾਰੀ ਸਾਂਝੀ ਕੀਤੀ ਹੈ ਕਿ ਇੱਕ ਹੋਰ ਕਦਮ ਅਜਿਹਾ ਚੁੱਕ ਲਿਆ ਗਿਆ ਜੋ ਕੈਨੇਡਾ ਦੇ ਖਿਲਾਫ ਹੈ। ਕੈਨੇਡਾ ਦੇ 2 ਵਿਅਕਤੀ ਜਿਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ, ਉਹਨਾਂ ਦੇ ਉੱਤੇ ਇਲਜ਼ਾਮ ਲਾਏ ਜਾ ਰਹੇ ਸਨ ਕਿ ਜਾਸੂਸੀ ਉਹਨਾਂ ਨੇ ਕੀਤੀ ਹੈ ਤੇ ਹੁਣ ਮਾਮਲੇ ਦਰਜ ਕਰ ਦਿੱਤੇ ਗਏ ਨੇ, ਜਿਸ ਦੇ ਬਾਰੇ ਚੀਨ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਦੇ ਉੱਤੇ ਨਿਰਾਸ਼ਾ ਦਾ ਪ੍ਰਗਟਾਵਾ ਕੀਤਾ। ਚੀਨ ਨੇ ਜਿਹੜੇ 2 ਕੈਨੇਡਾ ਵਾਸੀਆਂ ਨੂੰ ਕਰੀਬ 18 ਮਹੀਨੇ ਤੋਂ ਹਿਰਾਸਤ ਵਿੱਚ ਰੱਖਿਆ ਹੋਇਆ ਸੀ, ਉਹਨਾਂ ਦੇ ਉੱਤੇ ਹੁਣ ਮਾਮਲੇ ਦਰਜ ਕਰ ਦਿੱਤੇ ਨੇ, ਜਿਨ੍ਹਾਂ ਦੇ ਉੱਤੇ ਜਾਸੂਸੀ ਕਰਨ ਦੇ ਮਾਮਲੇ ਚੀਨ ਨੇ ਦਰਜ ਕੀਤੇ ਨੇ। ਇਸ ਦੇ ਵਿੱਚ ਮਾਈਕਲ ਕੋਵਰੇ, ਜਿਸ ਦੇ ਉੱਤੇ ਬੀਜਿੰਗ ਦੇ ਵਿੱਚ ਮਾਮਲੇ ਦਰਜ ਕੀਤੇ ਗਏ ਨੇ, ਉਸ ਦੇ ਉੱਤੇ ਇਲਜ਼ਾਮ ਲੱਗੇ ਨੇ ਕਿ ਉਹ ਸਟੇਟ ਸੀਕ੍ਰੇਟਸ ਤੇ ਇੰਟੈਲੀਜੈਂਸ ਦੇ ਵਾਸਤੇ ਜਾਸੂਸੀ ਕਰ ਰਿਹਾ ਸੀ। ਤੇ ਮਾਈਕਲ ਸਪੈਵਰ,
ਜਿਸ ਦੇ ਉੱਤੇ ਡੈਂਡੋਂਗ ਜੋ ਕਿ ਨਾਰਥ ਕੋਰੀਅਨ ਬਾਰਡਰ ਦੇ ਕੋਲ ਇੱਕ ਸ਼ਹਿਰ ਹੈ ਚੀਨ ਵਿੱਚ, ਉੱਥੇ ਮਾਮਲੇ ਦਰਜ ਕੀਤੇ ਗਏ ਨੇ, ਜਿਸ ਦੇ ਉੱਤੇ ਵੀ ਦੇਸ਼ ਦੇ ਨਿੱਜੀ ਜਾਣਕਾਰੀ ਦੇ ਉੱਤੇ ਜਾਸੂਸੀ ਕਰਨ ਦੇ ਇਲਜ਼ਾਮ ਲਾਏ ਗਏ ਨੇ, ਜਿਸ ਤੋਂ ਬਾਅਦ ਚੀਨ ਦੇ ਵੱਲੋਂ ਅਧਿਕਾਰਤ ਤੌਰ ਦੇ ਉੱਤੇ ਇਸ ਬਾਰੇ ਐਲਾਨ ਵੀ ਕਰ ਦਿੱਤਾ ਗਿਆ ਹੈ। ਇੱਥੇ ਜ਼ਿਕਰਯੋਗ ਹੈ ਕਿ ਇਹਨਾਂ ਦੋਵੇਂ ਕੈਨੇਡਾ ਵਾਸੀਆਂ ਨੂੰ ਚੀਨ ਨੇ ਉਦੋਂ ਗ੍ਰਿਫਤਾਰ ਕੀਤਾ ਸੀ ਜਦੋਂ ਕੈਨੇਡਾ ਨੇ ਸਾਲ 2018 ਦਸੰਬਰ ਵਿੱਚ ਵੈਨਕੂਵਰ 에ਅਰਪੋਰਟ ਤੋਂ ਮੰਗ ਵਾਂਜੋ ਨੂੰ ਗ੍ਰਿਫਤਾਰ ਕੀਤਾ ਸੀ, ਜੋ ਕਿ ਚੀਨ ਦੀ ਵੱਡੀ ਕੰਪਨੀ ਵਾਵੇ ਦੇ ਵਿੱਤੀ ਵਿਭਾਗ ਦੀ ਮੁਖੀ ਹੈ। ਉਦੋਂ ਤੋਂ ਹੀ ਚੀਨ ਲਗਾਤਾਰ ਕੈਨੇਡਾ ਦੇ ਉੱਤੇ ਵੱਖੋ ਵੱਖਰੇ ਤਰੀਕਿਆਂ ਦੇ ਨਾਲ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਇਸ ਸਮੇਂ ਜਿਹੜੇ 2 ਕੈਨੇਡਾ ਵਾਸੀਆਂ ਦੇ ਉੱਤੇ ਮਾਮਲੇ ਦਰਜ ਕੀਤੇ ਗਏ ਨੇ ਉਸ ਨੂੰ ਵੀ ਇਸੇ ਦਾ ਹਿੱਸਾ ਮੰਨਿਆ ਜਾ ਰਿਹਾ ਹੈ, ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਅੱਜ ਇਸ ਦੇ ਉੱਤੇ ਨਿਰਾਸ਼ਾ ਦਾ ਪ੍ਰਗਟਾਵਾ ਕੀਤਾ, ਜਿਨ੍ਹਾਂ ਨੇ ਕਿਹਾ ਕਿ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਉਹਨਾਂ ਦੋਵੇਂ ਕੈਨੇਡਾ ਵਾਸੀਆਂ ਨੂੰ ਚੀਨ ਰਿਹਾ ਕਰ ਦੇਵੇ। ਤਾਂ ਉਧਰ ਚੀਨ ਦੇ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕੈਨੇਡਾ ਤੋਂ ਕਿ ਕੈਨੇਡਾ ਉਹਨਾਂ ਦੀ ਕੰਪਨੀ ਵਾਵੇ ਦੇ ਵਿੱਤੀ ਵਿਭਾਗ ਦੀ ਮੁਖੀ ਮੰਗ ਵਾਂਜੋ ਨੂੰ ਛੱਡ ਦੇਵੇ ਤੇ ਉਸ ਨੂੰ US ਨੂੰ ਨਾ ਸੌਂਪਿਆ ਜਾਵੇ। We are of course disappointed with the decision and the next step taken by the Chinese in the case of the 2 Michaels, and we offer all our support and sympathies to the families of Michael Kovrig and Michael Spavor, who are obviously living a difficult moment today, as they have been for well over a year with the arbitrary detention of 2 Canadian citizens. We have continued to express our disappointment with the Chinese decision, with the Chinese detention of these 2 Canadians. We will continue to advocate for their release, for their return to Canada, while highlighting, of course, that we have an independent judicial system that is going through its rigorous processes in a way that is separate from political interference. This is an important issue that we will keep working on, not with just directly with the Chinese government, but alongside our allies and friends around the world who are equally concerned with this arbitrary detention. ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਡੈਟ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।